ਸਤਿ ਸ਼੍ਰੀ ਅਕਾਲ ਜੀ। ਮੇਰੇ ਲਾਈਵ ਆਉਣ ਦੇ ਪਿੱਛੇ ਬਹੁਤ ਸਾਰੀਆਂ ਗੱਲਾਂ ਦਾ ਜਵਾਬ ਵੀ ਆ ਔਰ ਬਹੁਤ ਸਾਰੀਆਂ ਗੱਲਾਂ ਤੁਹਾਡੇ ਸਾਰਿਆਂ ਦੇ ਨਾਲ ਕਰਨੀਆਂ ਵੀ ਆ ਕਿਉਂਕਿ ਮੇਰੇ ਲਾਈਵ ਜਿਹੜੇ ਆ ਜੋ ਵੀ ਅਸੀਂ ਗੱਲਾਂ ਕਰਦੇ ਆ ਔਰ ਜੋ ਕਿ ਮੈਂ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਜੋ ਇੱਕ ਮੈਨੂੰ ਪਬਲਿਕਲੀ ਜੋ ਮੈਨੂੰ ਸਲਾਹ ਮਿਲਦੀ ਆ, ਜੋ ਮੈਨੂੰ ਲੋਕੀ ਕਹਿੰਦੇ ਨੇ ਕਿ ਤੁਸੀਂ ਲਾਈਵ ਜਾ ਕੇ ਗੱਲ ਕਰੋ, ਉਹ ਮੈਂ ਗੱਲ ਤੁਹਾਡੇ ਸਾਹਮਣੇ ਫੇਰ ਇੱਕ ਰੱਖਣ ਜਾ ਰਹੀ ਹਾਂ। ਔਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਇਹ ਗੱਲ ਹੈ, ਇੱਕ ਤੇ ਜਿਹੜੀ ਅਸੀਂ ਪਹਿਲਾਂ ਮੈਂ ਗੱਲ ਕੀਤੀ ਸੀਗੀ ਕਿ ਪੰਜਾਬ ਦੀਆਂ ਇਲੈਕਸ਼ਨਸ 2022 ਦੀਆਂ ਔਰ ਸਾਰਿਆਂ ਨੂੰ ਬਹੁਤ ਜ਼ਿਆਦਾ ਵੱਡੀ ਗਲਤਫਹਿਮੀ ਆ। ਉਹਨਾਂ ਨੂੰ ਸ਼ਾਇਦ ਲੱਗਦਾ ਕਿ ਸੋਨੀਆ ਮਾਨ ਨੇ ਸ਼ਾਇਦ ਇਸ ਵਾਰ ਇਲੈਕਸ਼ਨ ਲੜਨੀ ਹੈ ਤੇ ਇਸ ਕਰਕੇ ਇਹ ਸਾਰੀਆਂ ਗੱਲਾਂ ਕਰ ਰਹੀ ਹੈ। ਸੋ ਤੁਹਾਡੇ ਸਾਰਿਆਂ ਦੇ ਦਿਮਾਗ ਦੇ ਵਿੱਚੋਂ ਸਭ ਤੋਂ ਪਹਿਲਾਂ ਤੇ ਮੈਂ ਇਹ ਗਲਤਫਹਿਮੀ ਦੂਰ ਕਰਦੀ ਹਾਂ ਕਿ ਮੈਨੂੰ ਪੋਲਿਟਿਕਸ ਦੇ ਵਿੱਚ ਬਿਲਕੁਲ ਕੋਈ ਇੰਟਰਸਟ ਨਹੀਂ ਹੈਗਾ। ਮੇਰੇ ਫਾਦਰ ਸਾਹਿਬ ਪੋਲਿਟਿਕਸ 'ਚ ਸੀਗੇ। ਸਾਡੇ ਦੇ ਘਰ ਦੇ ਵਿੱਚ ਪਿੰਡ ਦੇ ਵਿੱਚ ਮੇਰੇ ਫਾਦਰ ਸਾਹਿਬ 16 ਸਾਲ ਸਰਪੰਚੀ ਕੀਤੀ ਹੈ। ਮੇਰੇ ਗ੍ਰੈਂਡਫਾਦਰ ਦੇ ਕੋਲ ਵੀ ਸਰਪੰਚੀ ਸੀਗੀ। ਸਾਡੇ ਤੇ ਪਿੰਡ ਦੇ ਵਿੱਚ ਘਰ ਦੇ ਵਿੱਚ ਸਰਪੰਚੀ ਆਪਾਂ ਦੇ ਹੱਥ ਜੋੜ ਕੇ ਸਰਪੰਚੀ ਵੀ ਕੱਢੀ ਦੀ ਆ ਕਿ ਆਪਾਂ ਨਹੀਂ ਇਹ ਕੰਮਾਂ ਦੇ ਵਿੱਚ ਪੈਂਦੇ, ਨਾ ਸਾਨੂੰ ਲੋੜ ਹੈ ਇਸ ਗੱਲ ਦੇ ਵਿੱਚ। ਹਾਂ, ਮੈਂ ਫਾਰਮਰ ਪ੍ਰੋਟੈਸਟ ਦੇ ਵਿੱਚ, ਹਾਂ ਮੈਂ ਲੋਕਾਂ ਦੀ ਹੈਲਪ ਕਰਨ ਵਾਸਤੇ ਜਾਂ ਮੈਂ ਇੱਕ ਕਿਸਾਨ ਦੀ ਧੀ ਆ ਇਸ ਕਰਕੇ ਉਹਨਾਂ ਦੀ ਆਵਾਜ਼ ਬੁਲੰਦ ਕਰਨ ਵਾਸਤੇ ਉੱਥੇ ਬੈਠੀ ਆ। ਇਹ ਗੱਲ ਮੈਂ ਕਲੀਅਰ ਕਰ ਦੇਣਾ ਚਾਹੁੰਦੀ ਆ। ਦੂਜੀ ਗੱਲ ਆ, ਮੈਨੂੰ ਅੱਗੇ ਦੇ ਹਾਲਾਤਾਂ ਬਾਰੇ ਨਹੀਂ ਪਤਾ ਵੀ ਅੱਗੇ ਦੇ ਹਾਲਾਤ ਕਿਹੋ ਜਿਹੇ ਆਉਂਦੇ ਆ ਔਰ ਮੈਨੂੰ ਕਿਹੋ ਜਿਹਾ ਸਟੈਪ ਲੈਣਾ ਪੈਂਦਾ ਆ। ਸੋ ਬੇਸਿਕਲੀ ਸਭ ਤੋਂ ਵੱਡੀ ਗੱਲ ਇਹ ਕਿ ਆਪਾਂ ਸਵਾਮੀਨਾਥਨ ਰਿਪੋਰਟ ਦੀ ਜੇ ਆਪਾਂ ਗੱਲ ਕਰੀਏ, ਸਵਾਮੀਨਾਥਨ ਰਿਪੋਰਟ ਇਹ ਜੀ ਰਿਪੋਰਟ ਸੀਗੀ ਜੋ ਸਾਡੇ ਫਾਰਮਰਸ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਰਿਪੋਰਟ ਸੀਗੀ ਔਰ 2006 ਦੇ ਵਿੱਚ ਆਈ ਸੀਗੀ। ਉਸ ਤੋਂ ਬਾਅਦ ਕਾਂਗਰਸ ਗਵਰਨਮੈਂਟ ਵੀ ਆਈ ਜਿਨ੍ਹਾਂ ਨੇ ਲਾਗੂ ਨਹੀਂ ਕੀਤੀ, ਬੀਜੇਪੀ ਵੀ ਆਈ ਜਿਨ੍ਹਾਂ ਨੇ ਲਾਗੂ ਨਹੀਂ ਕੀਤੀ। ਕਿਸੇ ਵੀ ਸਰਕਾਰ ਨੇ ਉਹ ਰਿਪੋਰਟ ਲਾਗੂ ਨਹੀਂ ਕੀਤੀ ਜੋ ਕਿ ਸਾਡੇ ਫਾਰਮਰਸ ਵਾਸਤੇ ਸਭ ਤੋਂ ਵਧੀਆ ਸੀਗੀ, ਜਿੱਥੋਂ ਸਾਡੇ ਫਾਰਮਰ ਕਰਜ਼ਾ ਮੁਕਤ ਵੀ ਹੋ ਸਕਦੇ ਸੀਗੇ, ਬਹੁਤ ਹੀ ਵਧੀਆ ਤਰੀਕੇ ਦੀ ਖੇਤੀ ਵੀ ਕਰ ਸਕਦੇ ਸੀਗੇ। ਉਹ ਕਿਸੇ ਨੇ ਵੀ ਉਸ ਗੱਲ ਦੇ ਉੱਤੇ ਗੱਲ ਨਹੀਂ ਕੀਤੀ। ਸੋ ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀਗੀ ਕਿ ਇਸ ਵਾਰ ਦੀਆਂ 2022 ਦੀਆਂ ਇਲੈਕਸ਼ਨਸ ਦੇ ਵਿੱਚ ਸਾਡੇ ਨਵੇਂ ਕੈਂਡੀਡੇਟਸ ਆਉਣੇ ਚਾਹੀਦੇ ਆ। ਹਰ ਇੱਕ ਇਲਾਕੇ ਦੇ ਵਿੱਚੋਂ ਇੱਕ ਪੜ੍ਹਿਆ ਲਿਖਿਆ ਨੌਜਵਾਨ ਆਉਣਾ ਚਾਹੀਦਾ ਆ ਜਿਹਨੂੰ ਕਮ ਸੇ ਕਮ ਟਿਕਟ ਲੈਣ ਵਾਸਤੇ ਪੈਸਿਆਂ ਦੀ ਲੋੜ ਨਾ ਪਵੇ, ਜਿਹਨੂੰ ਇਲੈਕਸ਼ਨ ਦੇ ਉੱਤੇ ਪੈਸੇ ਖਰਚਣ ਦੀ ਲੋੜ ਨਾ ਪਵੇ। ਇਹੋ ਜੀ ਕ੍ਰਾਂਤੀ ਆਉਣੀ ਚਾਹੀਦੀ ਆ ਸਾਡੇ ਪੰਜਾਬ ਦੇ ਵਿੱਚ। ਇਹੋ ਜਿਹੇ ਇਮਾਨਦਾਰ ਕੈਂਡੀਡੇਟ ਆਉਣੇ ਚਾਹੀਦੇ ਆ, ਪੜ੍ਹੇ ਲਿਖੇ ਲੋਕੀ ਆਉਣੇ ਚਾਹੀਦੇ ਜਿਹੜੇ ਕਿਸਾਨੀ ਝੰਡੇ ਦੇ ਥੱਲੇ ਆਪਣੇ ਲੋਕਾਂ ਦੀ ਆਵਾਜ਼ ਪਾਰਲੀਮੈਂਟ ਤੱਕ ਜਾਂ ਅਸੈਂਬਲੀ ਤੱਕ ਪਹੁੰਚਾ ਸਕਣ। ਸੋ ਅਸੀਂ ਉਹ ਜਿਹੜੇ ਜਿੰਨੇ ਵੀ ਉਹ ਕੈਂਡੀਡੇਟਸ ਹੋਣਗੇ ਸਾਡੇ ਪਿੰਡਾਂ ਦੇ ਵਿੱਚ ਜਾ ਕੇ ਜਿੱਥੇ ਵੀ ਮੈਨੂੰ ਜਾਣਾ ਪਿਆ ਪੰਜਾਬ ਦੇ ਵਿੱਚ ਆਲ ਓਵਰ, ਮੈਂ ਚਾਹੁੰਦੀ ਹਾਂ ਕਿ ਉਹ ਪਿੰਡ ਦੇ ਲੋਕੀ, ਉਹ ਜਿੰਨੇ ਵੀ ਪਿੰਡ ਆ ਲੱਗ ਜਾਗੇ, ਉਹ ਆਪ ਦੀ ਸਲਾਹ ਕਰਕੇ ਉਹੋ ਜਿਹਾ ਇੱਕ ਇਮਾਨਦਾਰ ਕੈਂਡੀਡੇਟ ਲੱਭਣ ਜਿਹੜਾ ਉਹਨਾਂ ਵਾਸਤੇ ਲੜ ਸਕੇ ਔਰ ਉਹਨੂੰ ਕਿਸਾਨੀ ਝੰਡੇ ਦੇ ਥੱਲੇ ਇਲੈਕਸ਼ਨ ਲੜਾਵੇ ਤਾਂ ਕਿ ਅਸੀਂ ਉਹਨੂੰ ਜਿਤਾਈਏ ਔਰ ਇਹੋ ਜਿਹੇ ਪੂਰੇ ਪੰਜਾਬ ਦੇ ਵਿੱਚ ਇੱਕ ਕ੍ਰਾਂਤੀ ਦੀ ਲਹਿਰ ਲੈ ਕੇ ਆਈਏ। ਹਾਂ, ਬਾਕੀ ਹੋਰ ਇੱਕ ਗੱਲ ਜਿਹੜੀ ਪਹਿਲੀ ਲਾਈਵ ਦੇ ਵਿੱਚ ਅਸੀਂ ਕੀਤੀ ਸੀਗੀ, ਮੈਨੂੰ ਬਹੁਤ ਸਾਰੇ ਲੋਕਾਂ ਨੇ ਇੱਕ ਗੱਲ ਕਹੀ ਕਿ ਸੋਨੀਆ ਜੀ ਤੁਸੀਂ ਇਹ ਗੱਲ ਕਹੀ ਕਿ ਬੀਜੇਪੀ ਦੇ ਜਿਹੜੇ ਐਮਐਲਏ ਨੂੰ ਕੁੱਟਮਾਰ ਕੀਤੀ ਹੈ ਉਹ ਕਰਨੀ ਚਾਹੀਦੀ ਸੀਗੀ। ਵੇਖੋ ਜੀ, ਸਭ ਤੋਂ ਵੱਡੀ ਗੱਲ, ਮੈਂ ਇੱਕ ਮੱਕੜ ਜੀ ਦੀ ਵੀ ਉਹਨਾਂ ਨੇ ਕੁਝ ਲਿਖਿਆ ਸੀਗਾ, ਉਹ ਵੀ ਮੈਂ ਸ਼ੇਅਰ ਕੀਤਾ। ਬਹੁਤ ਸੋਹਣੀਆਂ ਉਹਨਾਂ ਨੇ ਗੱਲਾਂ ਲਿਖੀਆਂ ਜਿਹੜੀਆਂ ਮੈਂ ਸ਼ੇਅਰ ਕੀਤੀਆਂ ਨੇ। ਉਹ ਗੱਲਾਂ ਦੇ ਵਿੱਚ ਉਹਨਾਂ ਦੀ ਸੱਚਾਈ ਸੀਗੀ। ਪਿੱਛੇ ਜੇ ਬਾਰਡਰ ਦੇ ਉੱਤੇ ਜੋ ਵੀ ਅਸੀਂ ਭੁਗਤਿਆ ਆ, ਮੈਂ ਪਿਛਲੇ 4 ਮਹੀਨੇ ਤੋਂ ਟਿਕਰੀ ਬਾਰਡਰ ਦੇ ਉੱਤੇ ਆ। ਟਿਕਰੀ ਬਾਰਡਰ ਦੇ ਉੱਤੇ ਜੋ ਹਾਲਾਤ ਸੀਗੇ, ਸਰਦੀਆਂ ਨਿਕਲ ਗਈਆਂ, ਗਰਮੀਆਂ ਆ ਗਈਆਂ। ਗਰਮੀਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੇ ਫਾਰਮਰਸ ਪ੍ਰੋਟੈਸਟ ਕਰ ਰਹੇ ਨੇ ਔਰ ਜਿਸ ਤਰੀਕੇ ਦੇ ਨਾਲ ਸਰਕਾਰ ਸਾਡੇ ਨਾਲ ਬਿਹੇਵ ਕਰ ਰਹੀ ਹੈ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਮੈਂ ਪੁੱਛਣਾ ਚਾਹੁੰਦੀ ਆ ਬੀਜੇਪੀ ਦੇ ਐਮਐਲਏਸ ਤੋਂ ਜਾਂ ਐਮਪੀਸ ਤੋਂ ਕਿ ਜਿਹੜਾ ਸਾਡਾ ਮੋਰਚਾ ਆ, ਫਿਰ ਤਾਂ ਤੁਸੀਂ ਸਾਨੂੰ ਜਵਾਬਦਾਰੀ ਹੋ ਕਿ ਤੁਹਾਨੂੰ ਇੱਕ ਕੁੱਟਮਾਰ ਦੀ ਗੱਲ ਕੀਤੀ। ਚਲੋ ਮੈਂ ਮੰਨਦੀ ਹਾਂ ਕਿ ਕਿਸੇ ਦੇ ਨਾਲ ਵੀ ਤੁਹਾਡਾ ਵਿਰੋਧ ਹੋਵੇ ਕਿਸੇ ਵੀ ਤਰੀਕੇ ਦਾ, ਤੁਸੀਂ ਵਿਰੋਧ ਕਰੋ, ਉਸ ਪਾਰਟੀ ਨੂੰ ਬਾਈਕਾਟ ਕਰ ਦਿਓ, ਤੁਸੀਂ ਆਪਣੇ ਇਲਾਕੇ ਦੇ ਵਿੱਚ ਨਾ ਵੜਨ ਦਿਓ, ਤੁਸੀਂ ਕਿਸੇ ਵੀ ਪੋਲੀਟੀਕਲ ਬੰਦੇ ਨੂੰ ਆਪਣੇ ਇਲਾਕੇ 'ਚ ਨਾ ਵੜਨ ਦਿਓ। ਠੀਕ ਆ, ਤੁਸੀਂ ਕਹੋਗੇ, ਤੁਸੀਂ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਸਾਡੇ ਇਲਾਕੇ 'ਚ ਨਾ ਆਓ, ਅਸੀਂ ਤੁਹਾਨੂੰ ਵੋਟ ਨਹੀਂ ਪਾਉਣਾ ਚਾਹੁੰਦੇ। ਰਿਸਪੈਕਟਫੁਲੀ ਵੀ ਤੁਸੀਂ ਇਹ ਗੱਲ ਕਹਿ ਸਕਦੇ ਹੋ। ਔਰ ਬਾਕੀ ਜਿਹੜੀਆਂ ਦੂਜੀਆਂ ਪਾਰਟੀਆਂ ਆ, ਤੁਸੀਂ ਉਹਨਾਂ ਨੂੰ ਵੀ ਹੱਥ ਜੋੜ ਕੇ ਇਹੀ ਬੇਨਤੀ ਕਰ ਸਕਦੇ ਹੋ ਵੀ ਠੀਕ ਆ, ਅਸੀਂ ਤੁਹਾਨੂੰ ਵੋਟ ਨਹੀਂ ਪਾਉਣੀ, ਅਸੀਂ ਤੁਹਾਡੇ ਲੋਕਾਂ ਨੂੰ ਜਿਤਾ ਕੇ ਵੀ ਦੇਖ ਲਿਆ, ਵੋਟਾਂ ਪਾ ਕੇ ਵੀ ਦੇਖ ਲਿਆ। ਅੱਜ ਅਸੀਂ ਜੇ ਸੜਕਾਂ ਦੇ ਉੱਤੇ ਬੈਠੇ ਆ, ਤੁਹਾਡੇ ਕਰਕੇ ਹੀ ਬੈਠੇ ਆ। ਜੇ ਅੱਜ ਆਪਾਂ ਸੜਕਾਂ ਦੇ ਉੱਤੇ ਇਸੇ ਕਰਕੇ ਸਾਡਾ ਮਾਹੌਲ ਬਣਿਆ ਤੁਹਾਡੇ ਲੋਕਾਂ ਕਰਕੇ। ਜੇ ਸਵਾਮੀਨਾਥਨ ਰਿਪੋਰਟ ਵੀ ਆਈ ਹੁੰਦੀ ਤੇ ਅੱਜ ਸਾਡੇ ਫਾਰਮਰਸ ਦੀ ਦਸ਼ਾ ਕੋਈ ਹੋਰ ਹੁੰਦੀ। ਠੀਕ ਆ, ਉਹ ਕਿਸੇ ਗਵਰਨਮੈਂਟ ਨੇ ਨਹੀਂ ਲੈ ਕੇ ਆਂਦੀ। ਜੇ ਕਾਂਗਰਸ ਸੀਗੀ ਉਹਨਾਂ ਨੇ ਵੀ ਨਹੀਂ ਕੁਝ ਕੀਤਾ, ਜੇ ਬੀਜੇਪੀ ਸੀਗੀ ਉਹਨਾਂ ਨੇ ਵੀ ਨਹੀਂ ਕੁਝ ਕੀਤਾ, ਕਿਸੇ ਵੀ ਗਵਰਨਮੈਂਟ ਨੇ, ਮੈਂ ਕਹਿੰਦੀ ਕਿਸੇ ਵੀ ਗਵਰਨਮੈਂਟ ਨੇ। ਸੋ ਬੇਸਿਕਲੀ ਸਾਨੂੰ ਇਸ ਵਾਰੀ ਚੇਂਜ ਚਾਹੀਦਾ ਆ। ਅਸੀਂ ਦੇਖਣਾ ਚਾਹੁੰਦੇ ਆ ਵੀ ਜਿਹੜੇ ਸਾਡੇ ਨਵੇਂ ਕੈਂਡੀਡੇਟਸ ਆਉਂਦੇ ਨੇ, ਜਿਹੜੇ ਕਿਸਾਨੀ ਝੰਡੇ ਦੇ ਥੱਲੇ ਜਿਹੜੇ ਇਮਾਨਦਾਰ ਜਾਂ ਓਨੈਸਟ ਪੜ੍ਹੇ ਲਿਖੇ ਬੱਚੇ ਆਉਂਦੇ ਨੇ, ਉਹ ਸਾਡੇ ਵਾਸਤੇ, ਸੁਸਾਇਟੀ ਵਾਸਤੇ ਕਿਹੋ ਜਿਹਾ ਇੱਕ ਨਵਾਂ ਕਦਮ
ਚੁੱਕ ਸਕਦੇ ਨੇ। ਸੋ ਅਸੀਂ ਉਹਨਾਂ ਤੇ ਵਿਸ਼ਵਾਸ ਕਰਨਾ ਚਾਹੁੰਦੇ ਆ। ਹਾਂ, ਜੇ ਕੋਈ ਵੀ ਤੁਹਾਡੇ ਪਿੰਡਾਂ ਦੇ ਵਿੱਚ ਵੀ ਕਾਂਗਰਸ ਦਾ ਵੀ ਆਉਂਦਾ ਆ ਜਾਂ ਫਿਰ ਅਕਾਲੀ ਦਲ ਦਾ ਵੀ ਆਉਂਦਾ ਹੈ, ਉਹਨਾਂ ਨੂੰ ਹੱਥ ਜੋੜ ਕੇ ਬਕਾਇਦਾ ਤੁਸੀਂ ਰਿਸਪੈਕਟਫੁਲੀ ਕਹਿ ਸਕਦੇ ਹੋ ਕਿ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਨਾ ਆਓ, ਕਿਉਂਕਿ ਅਸੀਂ ਤੁਹਾਨੂੰ ਵੋਟ ਨਹੀਂ ਪਾਉਣੀ, ਅਸੀਂ ਤੁਹਾਨੂੰ ਬਾਈਕਾਟ ਕੀਤਾ ਹੈ। ਇਸ ਵਾਰੀ ਆਪਾਂ ਸਿਰਫ ਕਿਸਾਨੀ ਝੰਡੇ ਦੇ ਥੱਲੇ ਹੀ ਸਾਰਿਆਂ ਨੂੰ ਵੋਟ ਪਾਵਾਂਗੇ। ਇਹਦੇ ਨਾਲ ਸਾਡੇ ਸਮਾਜ ਦੇ ਵਿੱਚ ਇੱਕ ਨਵਾਂ ਚੇਂਜ ਆਊਗਾ। ਸੋ ਜਿੱਥੇ ਗੱਲ ਹੋ ਰਹੀ ਸੀਗੀ ਬੀਜੇਪੀ ਦੇ ਨਾਲ ਕੁੱਟਮਾਰ ਦੀ, ਬੀਜੇਪੀ ਦੇ ਕੈਂਡੀਡੇਟ ਦੇ ਨਾਲ, ਮੈਂ ਉਹਨਾਂ ਨੂੰ ਇੱਕ ਗੱਲ ਪੁੱਛਣਾ ਚਾਹੁੰਦੀ ਆ ਵੀ ਜਿਹੜੇ ਸਾਡੇ ਇੰਨੇ ਸ਼ਹੀਦ ਹੋਏ ਨੇ, ਜਿਹੜੇ ਸਾਡੇ ਭਰਾਵਾਂ ਨੂੰ ਜੇਲ੍ਹ ਦੇ ਅੰਦਰ ਕੀਤਾ ਗਿਆ ਦਿੱਲੀ ਦੇ ਵਿੱਚ, ਕੀ ਤੁਸੀਂ ਉਹਦਾ ਜਵਾਬਦਾਰੀ ਹੋਗੀ? ਉਹ ਵੀ ਗਲਤ ਸੀਗਾ ਫਿਰ? ਇਹਦਾ ਮਤਲਬ ਉਹਨਾਂ ਨੂੰ ਇੰਨਾ ਕੁੱਟਿਆ ਮਾਰਿਆ ਗਿਆ, ਸਾਡੀਆਂ ਮਾਵਾਂ ਦੇ ਪੁੱਤ ਚਲੇ ਗਏ ਉਸ ਅੰਦੋਲਨ ਦੇ ਵਿੱਚ, ਜਿਹੜਾ 26 ਨੂੰ ਇੰਨੀ ਪੋਲਿਟਿਕਸ ਕੀਤੀ ਆ, ਫਿਰ ਉਹ ਵੀ ਗਲਤ ਆ? ਫਿਰ ਤੁਸੀਂ ਉਹਨਾਂ ਦੇ ਪੁੱਤ ਵਾਪਸ ਕਰ ਸਕਦੇ ਹੋ? ਫਿਰ ਜਾਂ ਜਿਹੜੇ ਉਹਨਾਂ ਦੇ ਉੱਤੇ ਪਰਚੇ ਕੀਤੇ ਆ, ਇੰਨੇ ਜਿਹੜੇ ਸਾਡੇ ਭਰਾ ਇਸ ਟਾਈਮ ਤੇ ਅੰਦਰ ਬੈਠੇ ਆ, ਤੁਸੀਂ ਉਹਨਾਂ ਨੂੰ ਰਿਹਾ ਕਰਵਾ ਕੇ ਉਹਨਾਂ ਦੇ ਉਹ ਦਿਨ ਵਾਪਸ ਲਿਆ ਸਕਦੇ ਹੋ? ਜਿਹੜੇ ਸਾਡੇ ਬਜ਼ੁਰਗ ਸ਼ਹੀਦ ਹੋ ਗਏ ਅੰਦੋਲਨ ਦੇ ਵਿੱਚ, ਉੱਥੇ ਬੈਠੇ ਬੈਠੇ ਸਰਦੀਆਂ ਦੇ ਵਿੱਚ, ਹੁਣ ਗਰਮੀਆਂ ਕੱਟ ਰਹੇ ਨੇ, ਕੀ ਗੱਲ ਤੁਸੀਂ ਉਹ ਸਭ ਕੁਝ ਚੇਂਜ ਕਰ ਸਕਦੇ ਹੋ? ਤੁਹਾਨੂੰ ਇੱਕ ਕੁੱਟ ਮਾਰ ਦੇ ਉੱਤੇ ਇੰਨੀ ਤਕਲੀਫ ਹੋਈ, ਸਾਨੂੰ ਕਿੰਨੀ ਤਕਲੀਫ ਹੁੰਦੀ ਹੋਗੀ? ਆਪਾਂ ਪਿਛਲੇ 4 ਮਹੀਨੇ ਤੋਂ ਉੱਥੇ ਬੈਠੇ ਆ, ਸਾਡੇ ਬਜ਼ੁਰਗ ਗਰਮੀ ਦੇ ਵਿੱਚ ਵੀ ਹੁਣ ਬੈਠੇ ਆ, ਸਰਦੀਆਂ ਦੇ ਵਿੱਚ ਵੀ ਬੈਠੇ ਆ। ਸਰਦੀਆਂ ਦੇ ਵਿੱਚ ਕਿੰਨੇ ਜਾਣੇ ਉੱਤੇ ਸ਼ਹੀਦ ਹੋ ਗਏ ਆ, ਕਿੰਨੇ ਲੋਕਾਂ ਨੂੰ ਤੁਸੀਂ 26 ਵਾਲੇ ਦਿਨ ਅੰਦਰ ਜੇਲ੍ਹਾਂ ਦੇ ਵਿੱਚ ਪਾਤਾ, ਕਿੰਨੇ ਲੋਕਾਂ ਨੂੰ ਤੁਸੀਂ ਕੁੱਟਮਾਰ ਕੀਤੀ ਆ, ਰੋਜ਼ ਕਿਸੇ ਨਾ ਕਿਸੇ ਤਰੀਕੇ ਦੀ ਵਾਰਦਾਤ ਤੁਸੀਂ ਕਰਦੇ ਹੋ। ਕੀ ਗੱਲ ਤੁਹਾਡੀ ਬੀਜੇਪੀ ਗਵਰਨਮੈਂਟ ਨੇ ਉੱਥੇ ਟਿਕਰੀ ਬਾਰਡਰ ਦੇ ਉੱਤੇ ਜਾਂ ਕਿਸੇ ਵੀ ਬਾਰਡਰ ਦੇ ਉੱਤੇ ਇਲੈਕਟ੍ਰਿਸਿਟੀ ਕੱਟ ਦਿੱਤੀ, ਜਦੋਂ ਵਾਈਫਾਈ ਕੱਟ ਦਿੱਤਾ, ਉਹ ਸਹੀ ਸੀਗਾ? ਉਹ ਤੁਸੀਂ ਉਹ ਜਿਹੜੀਆਂ ਵੀ ਗੱਲਾਂ ਤੁਹਾਡੀ ਸਰਕਾਰ ਕਰਦੀ ਉਹ ਬਿਲਕੁਲ ਸਹੀ ਕਰਦੀ ਆ, ਹਨਾ, ਸਾਡੇ ਆਮ ਲੋਕਾਂ ਵਾਸਤੇ। ਅਸੀਂ ਆਮ ਲੋਕੀ ਕਿਉਂ ਸਫਰ ਕਰੀਏ ਜਦੋਂ ਆਪਾਂ ਆਮ ਲੋਕੀ ਤੁਹਾਨੂੰ ਇੱਕ ਇੱਕ ਵੋਟ ਪਾ ਕੇ ਜਿਤਾਉਂਦੇ ਆ? ਇਹ ਇੱਕ ਡੈਮੋਕ੍ਰੇਸੀ ਆ। ਡੈਮੋਕ੍ਰੇਸੀ ਦੇ ਵਿੱਚ ਕੀ ਹੈ? ਡੈਮੋਕ੍ਰੇਸੀ ਦੇ ਵਿੱਚ ਇਹੀ ਗੱਲਾਂ ਆਉਂਦੀਆਂ ਨੇ ਕਿ ਆਪਾਂ ਆਪਣਾ ਲੀਡਰ ਖੁਦ ਚੁਣਦੇ ਆ। ਕਾਹਦੇ ਵਾਸਤੇ ਚੁਣਦੇ ਆ? ਸਾਡੇ ਪਬਲਿਕ ਸਰਵੈਂਟ ਆ, ਸਾਡੇ ਵਾਸਤੇ ਕੰਮ ਕਰਨ ਵਾਸਤੇ, ਨਾ ਕਿ ਇਸ ਕਰਕੇ ਕਿ ਉਹ ਸਾਨੂੰ ਤਸੀਹੇ ਦੇ ਸਕਣ, ਕਿਸੇ ਵੀ ਤਰੀਕੇ ਦੇ ਨਾਲ ਸਾਨੂੰ ਦੁੱਖ ਤਕਲੀਫ ਦੇ ਸਕਣ। ਹੁਣ ਮੈਂ ਇੱਕ ਪਿੰਡ ਦੇ ਵਿੱਚ ਬੈਠੀ ਆ, ਮੈਂ ਤੇ ਜਿੰਨੀਆਂ ਗੱਲਾਂ ਕਰਦੀ ਆ, ਮੈਂ ਚਾਹੁੰਦੀ ਆ ਵੀ ਤੁਸੀਂ ਉਹਨਾਂ ਦੇ ਮੂੰਹ ਵੀ ਉਹ ਗੱਲਾਂ ਸੁਣੋ ਜਿਹੜੀਆਂ ਕਿ ਇੱਕ ਆਮ ਪਬਲਿਕ ਦੀ ਆਵਾਜ਼ ਆ ਇਸ ਟਾਈਮ ਦੇ ਉੱਤੇ। ਇਦਾਂ ਕਰੋ, ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ ਆ ਬੀਜੇਪੀ ਦੇ ਐਮਐਲਏ ਦੇ ਨਾਲ ਕੁੱਟਮਾਰ ਹੋਈ ਹੈ, ਤੁਸੀਂ ਕੀ ਸੋਚਦੇ ਹੋ? ਉਹ ਗੱਲ ਬਿਲਕੁਲ ਸਹੀ ਹੈ ਕਿ ਗਲਤ ਹੈ? ਸਹੀ ਹੈ ਜੀ। ਤੁਸੀਂ ਸੋਚਦੇ ਹੋ ਸਹੀ ਹੈ? ਕਿਉਂ ਸਹੀ ਹੈ? ਜਿਹੜੇ ਆਪਣੇ ਉੱਥੇ ਲੋਕ ਮਾਰੇ ਗਏ ਨੇ, ਜਿਹੜੇ ਜਾਂ ਉੱਥੇ ਕੁੱਟਮਾਰ ਹੋਈ ਹੈ, ਉਹ ਵੀ ਮਤਲਬ ਉਹਨਾਂ ਦੇ ਬਰਾਬਰ ਹੋਣ। ਠੀਕ ਹੈ, ਇਹਦਾ ਮਤਲਬ ਤੁਸੀਂ ਸੋਚਦੇ ਹੋ ਵੀ ਇਹਨਾਂ ਲੋਕਾਂ ਦੇ ਕਰਕੇ ਹੀ ਸਾਡੇ ਲੋਕਾਂ ਦੇ ਨਾਲ ਕੁੱਟਮਾਰ ਹੋਈ ਆ ਸਾਡੇ। ਸੋ ਤੁਸੀਂ ਤੁਹਾਡਾ ਕੀ ਕਹਿਣਾ ਆ ਵੀ ਜਿਹੜੇ ਆਉਣ ਵਾਲੇ 22 ਦੀ ਇਲੈਕਸ਼ਨਸ ਦੇ ਵਿੱਚ ਜਿਹੜੇ ਲੋਕੀ ਪਿੰਡਾਂ ਦੇ ਵਿੱਚ ਆਉਣ, ਜਿਹੜੀਆਂ ਦੂਜੀਆਂ ਪਾਰਟੀਆਂ ਆਉਣ, ਉਹਨਾਂ ਦੇ ਨਾਲ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੀਦੀ ਹੈ ਵੀ ਤੁਸੀਂ, ਹਨਾ, ਕਿ ਸਾਡੇ ਪਿੰਡਾਂ ਦੇ ਵਿੱਚ ਨਾ ਵੜੋ ਤੇ ਤੁਸੀਂ ਕਿਸਾਨੀ ਝੰਡੇ ਦੇ ਥੱਲੇ ਹੀ ਵੋਟ ਪਾਓ। ਹਾਂ, ਕਿਸਾਨੀ ਝੰਡੇ ਦੇ ਥੱਲੇ। ਤੁਸੀਂ ਦੱਸੋ ਮੈਨੂੰ। ਅਸੀਂ ਬਸ ਇਹੀ ਕਹਿਣਾ ਹੈ ਕਿ ਦੇਖੋ, ਜੇ ਹੁਣ ਉਹਨਾਂ ਦੀ ਕੁੱਟਮਾਰ ਹੋਈ, ਉਹਨਾਂ ਨੂੰ ਬੜਾ ਬੁਰਾ ਲੱਗਿਆ। ਜਿਹੜੇ ਸਾਡੇ ਕਿਸਾਨਾਂ ਦੇ ਡੰਡਾ ਲਾਠੀ ਚਾਰਜ ਕੀਤੀ ਆ, ਬਜ਼ੁਰਗਾਂ ਦੇ ਲਾਠੀ ਚਾਰਜ ਕੀਤੀ ਆ, ਕਿੰਨੇ ਬਜ਼ੁਰਗ ਜ਼ਖਮੀ ਹੋ ਗਏ ਉੱਥੇ, ਉਹ ਸਰਕਾਰ ਨੂੰ ਬਿਲਕੁਲ ਨਹੀਂ ਦਿਖੇ। ਉਹ ਉਹਨਾਂ ਨੂੰ ਦੇਖਣਾ ਚਾਹੀਦਾ ਨਾ, ਉਹਨਾਂ ਨੂੰ ਆਪਣੀ ਵਾਰੀ ਬੁਰੀ ਲੱਗ ਰਹੀ ਹੈ ਹੁਣ ਉਹ ਗੱਲ। ਹੁਣ ਅਸੀਂ ਕਹਿ ਰਹੇ ਹਾਂ ਕਿ ਹਾਂ ਸਾਡੇ ਪਿੰਡਾਂ 'ਚ ਨਾ ਆਇਓ, ਅਸੀਂ ਤਾਂ ਬਿਲਕੁਲ ਵੋਟ ਨਹੀਂ ਪਾਉਂਗੇ, ਸਾਡੇ ਘਰ ਦਾ ਕੋਈ ਮੈਂਬਰ ਵੋਟ ਨਹੀਂ ਪਾਊਗਾ, ਸਾਡੇ ਪਿੰਡ 'ਚ ਨਾ ਆਇਓ, ਬਸ ਅਸੀਂ ਨਾ ਪਿੰਡ 'ਚ ਵੜਨ ਦੇਣਾ ਇਹਨਾਂ ਨੂੰ, ਕਿਉਂਕਿ ਸਰਕਾਰ ਨੇ ਸਾਡੇ ਲਈ ਕੁਝ ਵੀ ਨਹੀਂ ਕਰਿਆ ਹਾਲੇ ਤੱਕ। ਕਿਸਾਨ ਠੰਡ 'ਚ ਮਰੇ ਆ, ਉਹ ਨਹੀਂ ਸਰਕਾਰ ਨੂੰ ਦਿਖਿਆ। ਹਾਂ, ਇਹ ਕਹੀ ਗਏ ਇੱਥੇ ਫਲਾਣਾ ਖਾਣਾ ਬਣ ਰਿਹਾ ਹੈ, ਇਹ ਬਣ ਰਿਹਾ, ਉਹ ਬਣ ਰਿਹਾ, ਉਹ ਸਭ ਕੁਝ ਦਿਖਿਆ ਉਹਨਾਂ ਨੂੰ, ਪਰ ਜੋ ਕਿਸਾਨਾਂ ਦੇ ਹਾਲਾਤ ਤੇ ਉੱਥੇ ਉਹ ਕੁਝ ਨਹੀਂ ਦਿਖਿਆ ਉਹਨਾਂ ਨੂੰ। ਕਿਸਾਨ ਸਾਡੇ ਵਾਸਤੇ ਕੁਝ ਨਹੀਂ ਕਰ ਰਹੀ ਹੈਗੀ, ਕਿਸਾਨਾਂ ਵਾਸਤੇ ਤਾਂ ਕੁਝ ਵੀ ਨਹੀਂ ਹੋ ਰਿਹਾ ਸਰਕਾਰ ਵੱਲੋਂ। ਬਸ ਕਦੇ ਕਰੋਨਾ ਆ ਗਿਆ, ਕਦੇ ਕੁਛ ਆ ਗਿਆ, ਇਹ ਆਪਣੀਆਂ ਹੀ ਘਾਟ ਤੱਕ ਨਹੀਂ ਜਾ ਰਹੇ ਆ ਬਸ। ਮਤਲਬ ਕਿ ਸਾਡੇ ਇਹ ਹੋ ਰਿਹਾ ਕਿ ਬੱਚੇ ਪੜ੍ਹ ਨਾ ਸਕਣ, ਅੱਗੇ ਸਵਾਲ ਨਾ ਚੁੱਕ ਸਕਣ, ਇਸ ਕਰਕੇ ਸਕੂਲ ਵੀ ਬੰਦ ਹੋ ਗਏ ਕਿ ਬੱਚੇ ਪੜ੍ਹ ਹੀ ਨਾ ਸਕਣ ਬਿਲਕੁਲ ਵੀ, ਕਿ ਜੋ ਕਿਸਾਨ ਧਰਨੇ ਤੇ ਬੈਠੇ ਉਹ ਵਾਪਸ ਆ ਜਾਣ। ਪਰ ਅਸੀਂ ਵਾਪਸ ਆਣੇ ਵਾਲੇ ਨਹੀਂ ਹੈਗੇ, ਅਸੀਂ ਉੱਥੇ ਹੀ ਬੈਠਣਾ। ਕਿੰਨਾ ਟਾਈਮ ਨਹੀਂ ਮੰਨੂਗੇ ਤੁਸੀਂ? ਤੁਸੀਂ ਬਸ ਮੈਨੂੰ ਇਹ ਦੱਸੋ ਦੀਦੀ ਕਿ ਤੁਸੀਂ ਵੀ ਪੜ੍ਹੇ ਲਿਖੇ ਹੋ, ਹਨਾ, ਤੁਹਾਨੂੰ ਕੀ ਲੱਗਦਾ ਵੀ ਹੁਣ ਤੱਕ ਭਾਵੇਂ ਕਾਂਗਰਸ ਆਈ ਹੈ, ਭਾਵੇਂ ਅਕਾਲੀ ਦਲ, ਕੋਈ ਵੀ ਪਾਰਟੀ ਆਈ ਹੋਵੇ, ਉਹਨਾਂ ਨੇ ਕੀ ਸੁਧਾਰ ਕੀਤਾ ਸਾਡੇ ਕਿਸਾਨਾਂ ਵਾਸਤੇ? ਕਿਸਾਨਾਂ ਲਈ ਤਾਂ ਕੁਝ ਨਹੀਂ ਹੋਇਆ ਹਾਲੇ ਤੱਕ, ਕੁਝ ਵੀ ਨਹੀਂ ਕੀਤਾ ਇਹਨਾਂ ਨੇ। ਬਸ ਇਹ ਹੈ ਕਿ ਹਾਂ ਖਾਤਿਆਂ 'ਚ ਪੈਸੇ ਪਾਤੇ, ਉਹਨਾਂ ਨਾਲ ਕੀ ਹੋਊਗਾ? ਕੁਝ ਵੀ ਨਹੀਂ ਹੁੰਦਾ। ਕਿਸਾਨ ਆਪਣੀ ਮਰਜ਼ੀ ਨਾਲ ਖੇਤੀ ਨਹੀਂ ਕਰ ਸਕਦਾ,
ਅਗਰ ਮਤਲਬ ਕਿ ਅਸੀਂ ਖੇਤੀ ਕਰ ਰਹੇ ਹਾਂ ਆਪਣੀ ਮਰਜ਼ੀ ਨਾਲ ਕਰ ਰਹੇ ਹਾਂ, ਕੋਈ ਨਾ ਕੋਈ ਟੰਗ ਅੜਾਈ ਰੱਖਦੇ। ਕਦੇ ਕਹੋਗੇ ਪਰਾਲੀ ਨਾ ਸਾੜੋ, ਧੂੰਆਂ ਦਿੱਲੀ ਤੱਕ ਜਾਂਦਾ ਹੈ। ਜਦ ਇਹਨਾਂ ਦੀਆਂ ਆਪਣੀਆਂ ਫੈਕਟਰੀਆਂ ਚੱਲ ਰਹੀਆਂ, ਉਹ ਧੂੰਆਂ ਦਿੱਲੀ ਕਿਉਂ ਨਹੀਂ ਜਾਂਦਾ? ਇਹ ਗੱਲ ਵੀ ਹੈ ਨਾ, ਕਿਉਂਕਿ ਇਹਨਾਂ ਵਾਸਤੇ ਸਭ ਕੁਝ ਸਹੀ ਹੈ, ਬੜੇ ਲੋਕਾਂ ਵਾਸਤੇ ਸਹੀ ਹੈ। ਇਹ ਬੜੇ ਲੋਕਾਂ ਲਈ ਸਭ ਕੁਝ ਕਰੂੰਗੇ, ਪਰ ਗਰੀਬ ਕਿਸਾਨਾਂ ਵਾਸਤੇ ਕੁਝ ਨਹੀਂ ਕਰ ਸਕਦੇ। ਅਸੀਂ ਆਪਣੀ ਖੇਤੀ ਕਰਦੇ ਹਾਂ, ਅਸੀਂ ਆਪਣਾ ਕਮਾ ਰਹੇ ਹਾਂ, ਅਸੀਂ ਆਪਣਾ ਖਾ ਰਹੇ, ਸਾਨੂੰ ਉਹ ਵੀ ਨਹੀਂ ਕਰਨ ਦਿੰਦੇ। ਤੁਸੀਂ ਕਿਸਾਨੀ ਪਾਰਟੀ ਜੇ ਆਊਗੀ, ਜਿਹੜੇ ਕਿਸਾਨਾਂ ਨੇ ਇਸ ਟਾਈਮ ਦੇ ਉੱਤੇ ਸਾਨੂੰ ਸਪੋਰਟ ਕੀਤਾ ਹੈ, ਇਸ ਅੰਦੋਲਨ ਨੂੰ ਇੰਨਾ ਵੱਡਾ ਕੀਤਾ ਹੈ, ਛੋਟੇ ਛੋਟੇ ਮੋਰਚਿਆਂ ਤੋਂ ਲੈ ਕੇ, ਤੇ ਤੁਸੀਂ ਉਹਨਾਂ ਨੂੰ ਸਪੋਰਟ ਕਰੋਗੇ? ਅਸੀਂ ਤਾਂ ਕਰ ਹੀ ਰਹੇ ਹਾਂ ਜੀ, ਸਾਡੇ ਤਾਂ ਬੱਚੇ ਵੀ ਜਾ ਰਹੇ ਹੈ। ਤੁਸੀਂ 2022 ਦੀ ਇਲੈਕਸ਼ਨ ਦੇ ਵਿੱਚੋਂ ਆਪਣੇ ਇਲਾਕੇ ਦੇ ਵਿੱਚੋਂ ਕੋਈ ਇਮਾਨਦਾਰ ਬੱਚਾ, ਜਿਹੜਾ ਇੰਟੈਲੈਕਚੁਅਲ ਬੱਚਾ ਹੋਇਆ, ਜਿਹੜਾ ਕੋਈ ਵੀ ਹੋਵੇ, ਭਾਵੇਂ ਜਿਹੜਾ ਕਿਸਾਨੀ ਝੰਡੇ ਦੇ ਥੱਲੇ ਖੜਾ ਹੋਵੇ, ਤੁਸੀਂ ਉਹਨੂੰ ਵੋਟ ਪਾਓਗੇ? ਅਸੀਂ ਉਹਨੂੰ ਪਾਵਾਂਗੇ ਜੋ ਸਾਡੇ ਕਿਸਾਨਾਂ ਦੀ ਸਪੋਰਟ 'ਚ ਖੜਾ ਹੋਊਗਾ, ਉਹਨੂੰ ਅਸੀਂ ਜ਼ਰੂਰ ਵੋਟ ਪਾਵਾਂਗੇ। ਪਰ ਅਸੀਂ ਹੁਣ ਸਰਕਾਰ ਦਾ ਕੋਈ ਮੈਂਬਰ ਪਿੰਡ 'ਚ ਨਹੀਂ ਆਉਣ ਦੇਣਾ, ਜਾਂ ਤਾਂ ਪਿਆਰ ਨਾਲ ਚਲੇ ਜਾਣ, ਨਹੀਂ ਫਿਰ ਜੇ ਪਿਆਰ ਨਾਲ ਨਹੀਂ ਜਾ ਸਕਦੇ ਫਿਰ ਦੂਜੇ ਟਾਈਪ ਨਾਲ ਤਾਂ ਜਾਵਾਂਗੇ ਹੀ। ਤੁਸੀਂ ਸੁਣ ਸਕਦੇ ਹੋ, ਇਹ ਸਾਡੀ ਪੰਜਾਬ ਦੇ ਵਿੱਚ ਕਾਮਨ ਪਿੰਡਾਂ ਦੀ ਕਹਾਣੀ ਹੈ। ਨਿੱਕੇ ਨਿੱਕੇ ਪਿੰਡਾਂ ਦੇ ਵਿੱਚ ਜਾ ਕੇ ਜਿਹੜੀ ਗੱਲਬਾਤ ਹੋ ਰਹੀ ਆ, ਔਰ ਅੱਗੇ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਨਾਰਮਲੀ ਲੋਕਾਂ ਦੀ ਸੋਚ ਹੈ, ਉਹ ਮੈਂ ਤੁਹਾਡੇ ਸਾਰਿਆਂ ਦੇ ਅੱਗੇ ਰੱਖੂੰਗੀ। ਜੋ ਸੋਚ ਹੈ, ਲੋਕੀ ਜੋ ਸੋਚਦੇ ਨੇ, ਜੋ ਲੋਕੀ ਐਕਸਪੈਕਟ ਕਰਦੇ ਨੇ, ਜੋ ਲੋਕੀ ਚਾਹੁੰਦੇ ਨੇ ਇਸ ਟਾਈਮ ਦੇ ਉੱਤੇ ਸਾਡੀ ਸਰਕਾਰਾਂ ਤੋਂ, ਕਿ ਸਾਡੇ ਕਿਸਾਨਾਂ ਵਾਸਤੇ ਸਿਰਫ ਸਾਡੇ ਕਿਸਾਨ ਕਰਜ਼ਿਆਂ ਦੇ ਥੱਲੇ ਦੱਬਣ ਜੋਗੇ ਨਹੀਂ ਰਹਿ ਗਏ, ਸਾਡੇ ਕਿਸਾਨਾਂ ਨੂੰ ਵੀ ਹੱਕ ਦਿੱਤੇ ਜਾਣੇ ਚਾਹੀਦੇ ਆ। ਸਵਾਮੀਨਾਥਨ ਰਿਪੋਰਟ ਵਰਗੀਆਂ ਚੀਜ਼ਾਂ ਵੀ ਲਾਗੂ ਹੋਣੀਆਂ ਚਾਹੀਦੀਆਂ ਨੇ, ਤਾਂ ਕਿ ਸਾਡੇ ਕਿਸਾਨਾਂ ਨੂੰ ਸਹੂਲਤਾਂ ਮਿਲ ਸਕਣ। ਸੋ ਸਾਰਿਆਂ ਦੇ ਅੱਗੇ ਇਹੀ ਬੇਨਤੀ ਹੈ ਵੀ ਜਿਹੜੀ ਵੀ ਗੱਲ ਹੁੰਦੀ ਹੈ, ਉਹਨੂੰ ਸੋਚ ਸਮਝ ਕੇ ਸੁਣੋ, ਔਰ ਇਹਨੂੰ ਸ਼ੇਅਰ ਤੇ ਸਪੋਰਟ ਕਰੋ, ਤਾਂ ਕਿ ਇਹ ਗੱਲ ਅੱਗੇ ਤੱਕ ਸਰਕਾਰ ਤੱਕ ਵੀ ਪਹੁੰਚੇ, ਸਾਰਿਆਂ ਤੱਕ ਪਹੁੰਚੇ, ਕਿ ਸਾਨੂੰ ਆਉਣ ਵਾਲੇ ਟਾਈਮ ਦੇ ਉੱਤੇ ਸਾਡੇ ਕੈਂਡੀਡੇਟਸ ਸੱਚੇ, ਸੁੱਚੇ, ਇਮਾਨਦਾਰ ਤੇ ਓਨੈਸਟ ਹੀ ਚਾਹੀਦੇ ਨੇ। ਸਾਨੂੰ ਉਹ ਕੈਂਡੀਡੇਟਸ ਦੁਬਾਰਾ ਨਹੀਂ ਚਾਹੀਦੇ ਜਿਨ੍ਹਾਂ ਨੇ ਸਾਡੇ ਕਿਸਾਨਾਂ ਵਾਸਤੇ ਕਦੀ ਕੁਛ ਨਹੀਂ ਕੀਤਾ। ਧੰਨਵਾਦ।